पंजाब ਦੀ ਸਭ ਤੋਂ ਵੱਡੀ ਸਿਆਸੀ ਖਬਰ ਇਹ ਹੈ ਕਿ ਲੁਧਿਆਣਾ ਦੇ ਵਿੱਚ ਹੋਏ ਟੈਂਡਰ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ। ਕੱਲ ਦੇਰ ਸ਼ਾਮ ਵਿਜੀਲੈਂਸ ਦੀ ਟੀਮ ਨੇ ਆਸ਼ੂ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਮਾਲ ਰੋਡ ਤੇ ਇੱਕ ਸੈਲੂਨ ਦੇ ਵਿੱਚ ਵਾਲ ਕਟਵਾ ਰਹੇ ਸਨ। ਇਸ ਦੌਰਾਨ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਸ਼ੂ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ ਕੀਤਾ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਨਾਲ ਬਹਿਸ ਵੀ ਕੀਤੀ। ਗੁੱਸੇ ਵਿੱਚ ਆਏ ਬਿੱਟੂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਆਪਣੇ ਪਛਾਣ ਦੱਸਣ ਦੇ ਲਈ ਕਿਹਾ ਅਤੇ ਗ੍ਰਿਫਤਾਰੀ ਦਾ ਵਾਰੰਟ ਵੀ ਮੰਗਿਆ। ਨਾਲ ਹੀ ਬਿੱਟੂ ਨੇ ਸਾਰੇ ਕਾਂਗਰਸ ਵਰਕਰਾਂ ਤੇ ਲੀਡਰਾਂ ਨੂੰ ਵਿਜੀਲੈਂਸ ਦਫ਼ਤਰ ਦੇ ਬਾਹਰ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ। ਕਿਉਂ ਲੈਣਾ ਹੈ ਇਹ ਕਿਵੇਂ ਲੈ ਲਓਗੇ ਤੁਸੀਂ ਕਾਗਜ਼ ਦਿਖਾਓ ਲੈ ਜਾਓ ਸਾਨੂੰ ਕੀ ਆ ਬੈਂਕ ਦੇ ਨਾਲ ਇੱਥੇ ਪੂਰੀ ਬਣਾਣੀ ਪੂਰੀ ਮਹਾਰਾਜ ਅਸੀਂ ਨੇ ਡੀਜੀ ਦੇ ਕੋਲ ਆਏ ਸਰ ਦੇਖੋ ਤੁਹਾਡਾ ਪਸੀਨਾ ਹੀ ਦੱਸਦਾ ਵੀ ਤੁਸੀਂ ਗਲਤ ਇਹ ਭਾਈ ਸਾਰੇ ਇਹ ਰਿਕਾਰਡਿੰਗ ਆ ਇਹ ਇੱਕ ਦੁਕਾਨ ਦੇ ਵਿੱਚ ਸ਼ਰਿਆਂ ਵਿੱਚ ਚੱਕਣ ਆਏ ਨੇ ਤੇ ਹੁਣ ਅਸੀਂ ਕਿਉਂਕਿ ਸਾਨੂੰ ਪਤਾ ਸੀ ਅਸੀਂ ਨਾਲ ਹੀ ਖੜੇ ਸੀਗੇ ਜਦੋਂ ਇਹ ਆਉਣਗੇ ਵੀ ਅਸੀਂ ਇਹਨਾਂ ਨੂੰ ਫੜਾਂਗੇ ਤੇ ਹੁਣ ਆਪ ਇਹ ਯਾਰ ਹੱਦ ਹੋ ਗਈ ਪੰਜਾਬ 'ਚ ਪੰਜਾਬੀ ਉਹ ਦੁਸ਼ਮਣ ਹੋਏ ਪਏ ਇੱਕ ਦੂਜੇ ਦੇ। ਭਗਵੰਤ ਮਾਨ ਸਾਹਿਬ ਜਲਦੀ ਲੈ ਬਹੁਤ ਮਾੜੀ ਗੱਲ ਹੈ ਇਹ। ਹੁਣ ਇਹਨਾਂ ਕੋਲ ਹੈ ਨਹੀਂ ਕੁਝ। ਹੁਣ ਇਹ ਡੀਜੀਪੀ ਨੂੰ ਲੀਕ ਰਹੇ ਆ ਕਦੇ ਐਸਐਸਪੀ ਨੂੰ ਲੀਕ ਰਹੇ ਨੇ ਸਰ ਸਾਰਾ ਕੁਝ ਪਹਿਲਾਂ ਇਹ ਇਕੱਲੇ ਆ ਕੇ ਸਾਡੇ ਕੋਲ ਰਾਉਂਡ ਅਪ ਤੁਸੀਂ ਨਾ ਕਰੋ ਇਹ ਜੀ ਗੱਲ ਪਲੀਜ਼ ਸਰ ਮੈਂ ਕਿਹਾ ਨਾ ਕਰੋ ਇਹ ਜੀ ਗੱਲ ਤੁਸੀਂ ਸਹੀ ਗੱਲ ਕਰਾਂਗੇ ਕਿਹੜੀ ਤੂੰ ਹੈ ਸਾਰਾ ਕੁਝ ਹੈ ਕਿੱਥੇ ਆ ਫਿਰ ਲਿਆਉਂਦੇ ਆ ਕੌਣ ਲਿਆਉਂਦਾ ਤੁਸੀਂ ਕਿਉਂ ਨਹੀਂ ਲੈ ਕੇ ਆਏ ਤੁਸੀਂ ਕਿਵੇਂ ਆਏ ਪਹਿਲਾਂ ਇੱਥੇ ਜੋ ਨੇ ਆਸ਼ਮੀ ਜੋ ਗਏ ਬੁਲਾਓ ਤੁਸੀਂ ਕਿਉਂ ਤੁਸੀਂ ਕੌਣ ਕਿਹੜੇ ਕੀ ਨਾਮ ਤੁਹਾਡਾ ਡੀਐਸਪੀ ਦਾ ਮੇਰਾ ਨਾਮ ਕਿਹਨੇ ਭੇਜਿਆ ਤੁਹਾਨੂੰ ਵਿਜੀਲੈਂਸ ਤੋਂ ਕੀ ਆਸ਼ੂ ਨੂੰ ਚੱਕਣ ਨੂੰ ਤਾਂ ਉਹਨਾਂ ਨੂੰ ਸੁਨੇਹਾ ਦੇਣਾ ਹੈ ਵੀ ਆਓ ਇੱਥੇ ਜੋ ਵੀ ਹੈਗੀ ਤਫਤੀਸ਼ ਜੁਆਇਨ ਕਰੋ ਤੁਸੀਂ ਜਾਓ ਤਫਤੀਸ਼ ਜੁਆਇਨ ਕਰਨ ਉਹ ਕਹਿੰਦੇ ਚੱਲਦੇ ਆ ਤੇ ਫਿਰ ਜਾਓ ਤੁਸੀਂ ਅਸੀਂ ਆ ਜਾਵਾਂਗੇ। ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਮੌਜੂਦਾ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ ਤੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਆਸ਼ੂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਕੇ ਬਦਨਾਮ ਕਰਨਾ ਚਾਹੁੰਦੀ ਸੀ ਕਿ ਫਿਰ ਖਬਰਾਂ ਚੱਲਣਗੀਆਂ ਕਿ ਸੈਲੂਨ ਤੋਂ ਚੁੱਕ ਕੇ ਲੈ ਗਏ। ਪਰ ਕਹਿੰਦੇ ਅਸੀਂ ਖੁਦ ਵਿਜੀਲੈਂਸ ਦਫ਼ਤਰ ਆਸ਼ੂ ਨੂੰ ਛੱਡ ਕੇ ਆਏ ਹਾਂ ਕਿਉਂਕਿ ਭਾਰਤ ਭੂਸ਼ਣ ਆਸ਼ੂ ਬਿਲਕੁਲ ਨਿਰਦੋਸ਼ ਨੇ। ਉਹਨਾਂ ਦਾ ਕਿਸੇ ਘੁਟਾਲੇ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ। ਵਿਜੀਲੈਂਸ ਦਾ ਪਰ ਇਹ ਤਰੀਕਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਦਿਨੇ ਮੋਹਾਲੀ ਦੇ ਵਿੱਚ ਸਾਰੀ ਕਾਂਗਰਸ ਪਾਰਟੀ ਆਸ਼ੂ ਨੂੰ ਵਿਜੀਲੈਂਸ ਦੇ ਦਫ਼ਤਰ ਲੈ ਕੇ ਗਈ ਸੀ ਉਸ ਸਮੇਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੂੰ ਜਿਹੜੇ ਵਿਜੀਲੈਂਸ ਦੇ ਐਸਐਸਪੀ ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆ ਵੀ ਆਪ ਕਰਨੀ ਚਾਹੁੰਦੇ ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ। ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ? ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਕੌਮ ਨੂੰ ਪਿਆਰ ਤੁਸੀਂ ਇਹ ਟੀਵੀ 'ਚ ਮੀਡੀਆ 'ਤੇ ਵੀ ਦਿਖਾਉਣਾ ਵੀ ਆਪ ਨੂੰ ਚੱਕ ਲਿਆ ਉਹ ਅਸੀਂ ਕੰਮ ਹੋ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕਾਂਗਰਸੀ ਲੀਡਰਾਂ ਤੇ ਵਰਕਰਾਂ ਨੇ ਲੁਧਿਆਣਾ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਰਾਤ ਨੂੰ 10 ਵਜੇ ਦੇ ਕਰੀਬ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਥੇ ਪਹੁੰਚੇ ਤੇ ਉਹਨਾਂ ਨੇ ਵਿਜੀਲੈਂਸ ਦਫ਼ਤਰ ਦੇ ਬਾਹਰੋਂ ਕਾਂਗਰਸੀਆਂ ਦਾ ਧਰਨਾ ਚੁਕਵਾ ਕੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਬਾਹਰ ਇਕੱਠਾ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਪੱਧਰ ਤੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਜਵਾਬ ਦੇਵਾਂਗੇ। ਇਸ ਮੌਕੇ ਪਹੁੰਚੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਤੇ ਸੰਜੇ ਤਲਵਾੜ ਨੇ ਕਿਹਾ ਕਿ ਸਰਾਸਰ ਧੱਕਾ ਹੈ, ਕਾਂਗਰਸ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਅੱਜ ਪੂਰੇ ਸੂਬੇ ਦੇ ਵਿੱਚ ਅਸੀਂ ਸੜਕਾਂ ਤੇ ਉਤਰਾਂਗੇ, ਸਰਕਾਰ ਦਾ ਵਿਰੋਧ ਕਰਾਂਗੇ। ਕਾਂਗਰਸੀਆਂ ਦੇ ਧਰਨੇ ਨੂੰ ਦੇਖਦੇ ਹੋਏ ਸ਼ਹਿਰ ਦੇ ਕਈ ਥਾਣਿਆਂ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ। ਵਿਜੀਲੈਂਸ ਨੇ ਆਪਣੇ ਦਫ਼ਤਰ ਦੇ ਸਾਰੇ ਗੇਟ ਬੰਦ ਕਰ ਲਏ ਸੀ। ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹਦੇ 'ਚ ਇਹ ਕਿਹਾ ਗਿਆ ਕਿ ਹਰ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ। हर व्यक्ति ਤੁਹਾਡੇ खिलाफ कोई सबूत नहीं है। अगर किसी एक व्यक्ति ने कहता भी मैं फला बंदे ਨੂੰ पैसे ਦਿੱਤੇ है तो ਤੁਸੀਂ पर्चा दर्ज करता। अगर ਤੁਸੀਂ ਇਹ ਤੁਹਾਡੀ ਪ੍ਰਕਿਰਿਆ 'ਚ ਹੈਗਾ ਤਾਂ ਫਿਰ ਅਸੀਂ ਵੀ ਕਹਿੰਦੇ ਵੀ ਫਲਾਣੇ ਬੰਦੇ ਨੂੰ ਪੈਸੇ ਦਿੱਤੇ ਤੁਸੀਂ पर्चा दर्ज ਕਰੋਗੇ। ਜੇ ਕਿਸੇ ਨੇ ਕਹਿਣਾ ਐਵੇਂ ਇਹਨਾਂ ਨੂੰ ਕਰਨਾ ਚਾਹੀਦਾ ਸੀ। ਅਗਰ ਕਿਸੇ ਨੇ ਇਲਜ਼ਾਮ ਲਾਤਾ ਇਹ ਆਸ਼ੂ ਜੀ ਨੂੰ ਸਬਰ ਕਰਦੇ ਸੁਣਦੇ ਪੁੱਛਦੇ ਫਿਰ ਕਿਸੇ ਨਤੀਜੇ ਤੇ ਆਉਂਦੇ। ਇਸ ਤਰ੍ਹਾਂ ਚੋਰਾਂ ਦੇ ਵਾਂਗੂ ਮਗਰ ਗੱਡੀ ਲਾ ਕੇ ਤੁਸੀਂ ਲੁਧਿਆਣੇ ਆ ਕੇ ਖੜਿਆ ਕੋਈ ਚੰਗੀ ਗੱਲ ਨਹੀਂ ਹੈ। ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਏਗਾ। ਇਹ ਨਵਾਂ ਰਿਵਾਜ ਪੈ ਜਾਏਗਾ। ਇਹ ਤਾਂ ਸੌਖਾ ਕਰਤਾ। ਮੈਂ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਇਹ ਤਾਂ ਬੜਾ ਸੌਖਾ ਹੋ ਗਿਆ। ਕੱਲ ਨੂੰ ਤੁਹਾਡੀ ਆਵਾਜ਼ ਕਿਸੇ ਨੇ ਦੱਬਣੀ ਹੈ।
ਤੇ ਕੋਈ ਬੰਦਾ ਤੁਹਾਡੇ ਤੇ ਇਲਜ਼ਾਮ ਲਾ ਦੇਗਾ ਵੀ ਇਹ ਮੇਰੇ ਤਾਂ ਮੀਡੀਆ ਵਾਲੇ ਨੂੰ 4 ਲੱਖ ਰੁਪਇਆ ਦਿੱਤਾ ਹੈ ਤੇ ਪਰਚਾ ਹੋ ਗਿਆ। ਇਹ ਤਾਂ ਇੱਕ ਪੈਟਰਨ ਸੈੱਟ ਕਰਤਾ ਇਸੇ ਗੱਲ ਦਾ ਹੀ ਹੈ ਜੀ, ਫਲਾਣੇ ਬੰਦੇ ਦਾ ਬਿਆਨ ਤੇ ਪਰਚਾ ਦਰਜ ਕੀਤਾ, ਹੁਣ ਦੇਖਦੇ ਕੀ ਹੁੰਦਾ ਹੈ। ਹਾਲਾਂਕਿ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ, ਬੰਦਾ ਕੀ ਕਹਿ ਰਿਹਾ ਕੀ ਗੱਲ ਨਹੀਂ। ਜਿਹੜਾ ਵਿਅਕਤੀ ਨੂੰ ਫੜਿਆ ਠੇਕੇਦਾਰ, ਅਜੇ ਹੋਰ ਬੰਦਾ ਤਾਂ ਫੜਿਆ ਹੀ ਨਹੀਂ, ਉਹ ਠੇਕੇਦਾਰ ਕਹਿੰਦੇ ਆ ਕੋਰਟ 'ਚ ਗੱਲ ਕਹਿ ਕੇ ਆਏ ਜੱਜ ਸਾਹਿਬ ਦੇ ਸਾਹਮਣੇ ਕਿ ਮੇਰੇ ਤੋਂ ਡਾਇਰੀ ਤਿਆਰ ਕਰਾਈ ਜਾ ਰਹੀ ਹੈ। ਜੱਜ ਸਾਹਿਬ ਡਾਇਰੀ ਤਿਆਰ ਕਰਾਈ ਜਾ ਰਹੀ ਹੈ, ਤੁਸੀਂ ਬਾਬਾ ਸਾਹਿਬ ਦੀ ਅੰਬੇਦਕਰ ਲਾਉਣੇ ਹੋ ਤੇ ਏਦਾਂ ਫੜ ਲੈਂਦੇ ਹੋ ਬੰਦੇ ਨੂੰ ਬਾਹਰ ਕਟਾਉਂਦੇ। ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਬਹੁਤ ਇਹ ਸਮਾਂ ਆਉਂਦਾ ਜਾਂਦਾ ਇਸ ਤਰ੍ਹਾਂ ਦਾ ਰਾਜਨੀਤੀ ਤੇ ਵਿਚਾਰ ਕਰਨ ਦੀ ਲੋੜ ਨਹੀਂ ਹੈ। ਇਹ ਗਲਤ ਪ੍ਰਕਿਰਿਆ ਹੈ। ਇਹਦੇ ਨਾਲ ਕੀ ਹੋਏਗਾ? ਪੰਜਾਬ ਦਾ ਨੁਕਸਾਨ ਕਿਵੇਂ ਹੋਏਗਾ? ਆਉਣ ਵਾਲੀ ਸਰਕਾਰ ਜਿਹੜੀ ਹੋਊਗੀ ਉਹ ਮਗਰਲੇ ਦਾ ਰਿਕਾਰਡ ਖੋਲਿਆ ਕਰੂਗੀ, ਮਗਰਲੇ ਦਾ ਖੋਲਿਆ ਕਰੂਗੀ। ਰਾਜ ਬਹਾਦਰ ਕੇ ਡਾਕਟਰ ਸਾਹਿਬਾਨ ਅਸਤੀਫਾ ਦੇ ਕੇ ਜਾ ਰਹੇ, ਉਹਨਾਂ ਨੇ ਤਲਾਸ਼ੀ ਵੀ ਕਰਤੀ ਲੈ ਲਈ ਜਾ ਕੇ। ਪਰ ਇਹ ਕਿਉਂ ਹੋ ਰਿਹਾ? ਉਹ ਕਹਿੰਦਾ ਧਿਆਨ ਡਾਇਵਰਟ ਕੀਤਾ ਜਾ ਰਿਹਾ ਕਿ ਅਸਲੀ ਮੁੱਦੇ ਜਿਹੜੇ ਪੰਜਾਬ ਦੇ ਆ, ਹੁਣ ਉਹ ਕੋਈ ਮੁੱਦਾ ਨਹੀਂ। ਰੋਜ਼ ਇੱਕ ਡਰਾਮਾ ਕਰਿਆ ਕਰੋ 2-3 ਮਹੀਨੇ ਬਾਅਦ ਲਾ 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 ਉੱਥੇ ਜਾ ਕੇ ਦਫ਼ਤਰ ਤੋਂ ਇੱਥੇ ਇਹ ਗ੍ਰਿਫਤਾਰ ਕਿਵੇਂ ਹੋਇਆ? ਫੜ ਲਿਆ ਅਸੀਂ ਤਾਂ ਆਪ ਆਇਆ, ਤੁਸੀਂ ਸਾਨੂੰ ਸਵੇਰ ਸੱਦ ਲੈਂਦੇ, ਅਸੀਂ ਰਾਤ ਨੂੰ ਆ ਜਾਂਦੇ ਦਫ਼ਤਰ ਵਿੱਚ। ਜਿਹੜੇ ਬਿੱਟੂ ਜੀ ਦੇ ਨਾਲ ਆਏ ਦੇਖਿਆ, ਹੁਣ ਬਿੱਟੂ ਜੀ ਪਾਸੇ ਹੋ ਗਏ। ਲੈ ਚੋਰੀ ਇਹ ਤੁਹਾਨੂੰ ਪਤਾ ਵੀ ਸੱਚੇ ਹੈ, ਤੁਸੀਂ ਬਿੱਟੂ ਜੀ ਦਾ ਕਿਉਂ ਇੰਤਜ਼ਾਰ ਕਰ ਰਹੇ ਹੋ ਵੀ ਪਾਸੇ ਹੋ ਗਏ ਆ ਜਾਂ ਫਲਾਣੇ ਦਾ ਵੀ ਇਹਦੇ ਨਾਲ ਕੋਈ ਆਇਆ ਜਿਹੜਾ ਤੁਹਾਨੂੰ ਲੱਗਦਾ ਵੀ ਇਹਨੇ ਕੁਝ ਕੀਤਾ, ਉਹਨੂੰ ਫੜ ਲਓ। ਉਹ ਤੁਹਾਡਾ ਲੀਡਰ ਸ਼ੇਰ ਹੈ ਬਈ, ਉਹਨੇ ਇੱਕ ਮਿਸਾਲ ਪੈਦਾ ਕੀਤੀ ਹੈ। ਭਾਰਤ ਭੂਸ਼ਣ ਆਸ਼ੂ ਇਸ ਤੋਂ ਪਹਿਲਾਂ ਕੱਲ ਮੁਹਾਲੀ ਦੇ ਵਿੱਚ ਸੈਕਟਰ 68 ਵਿੱਚ ਸਥਿਤ ਵਿਜੀਲੈਂਸ ਭਵਨ ਦੇ ਬਾਹਰ ਕਾਂਗਰਸੀਆਂ ਨੇ ਹੱਲਾ ਬੋਲ ਪ੍ਰਦਰਸ਼ਨ ਕੀਤਾ ਸੀ। ਇੱਥੇ ਆਸ਼ੂ ਵੀ ਮੌਜੂਦ ਸਨ। ਉਹਨਾਂ ਨੇ ਵਿਜੀਲੈਂਸ ਨੂੰ ਲਲਕਾਰਦਿਆਂ ਕਿਹਾ ਸੀ ਕਿ ਵਿਜੀਲੈਂਸ ਭ੍ਰਿਸ਼ਟਾਚਾਰ ਕੇਸ ਵਿੱਚ ਨਾਮਜ਼ਦ ਕਰਨ ਵਾਲੀ ਮੀਡੀਆ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਕਰਵਾ ਕੇ ਮੈਨੂੰ ਬਦਨਾਮ ਕਰ ਰਹੀ ਹੈ, ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਜੇ ਮੈਂ ਦੋਸ਼ੀ ਹਾਂ ਤਾਂ ਮੈਨੂੰ ਵਿਜੀਲੈਂਸ ਗ੍ਰਿਫਤਾਰ ਕਰ ਲਵੇ। ਆਸ਼ੂ ਨੇ ਦਾਅਵਾ ਵੀ ਕੀਤਾ ਸੀ ਕਿ ਲੰਘੇ 5 ਮਹੀਨਿਆਂ ਤੋਂ ਆਪ ਸਰਕਾਰ ਦੇ ਹੁਕਮਾਂ ਤੇ ਵਿਜੀਲੈਂਸ ਨੇ ਮੇਰੇ ਕੋਲ ਰਹੇ ਮਹਿਕਮੇ ਦੀਆਂ ਸਾਰੀਆਂ ਫਾਈਲਾਂ ਛਾਣ ਦਿੱਤੀਆਂ ਨੇ, ਪਰ ਕੁਝ ਵੀ ਨਹੀਂ ਮਿਲਿਆ। ਤੇ ਕੱਲ ਹੀ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਪਟੀਸ਼ਨ ਵਾਪਸ ਲਈ ਸੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਸਾਬਕਾ ਮੰਤਰੀ ਨੇ ਮੰਗ ਕੀਤੀ ਸੀ ਕਿ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਘੱਟੋ-ਘੱਟ 7 ਦਿਨ ਦਾ ਨੋਟਿਸ ਦਿੱਤਾ ਜਾਵੇ। ਪਰ ਕੱਲ ਆਸ਼ੂ ਨੇ ਅਚਾਨਕ ਇਹ ਪਟੀਸ਼ਨ ਵਾਪਸ ਲੈਂਦਿਆਂ ਕਿਹਾ ਸੀ ਕਿ ਨਵੇਂ ਸਿਰੇ ਤੋਂ ਇਸ ਨੂੰ ਦਾਇਰ ਕਰਨਗੇ ਤੇ ਕੱਲ ਹੀ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਾਂਗਰਸ ਦੇ ਕਈ ਸਾਬਕਾ ਮੰਤਰੀ ਘਬਰਾ ਗਏ ਨੇ। ਕਈਆਂ ਦੇ ਦਿਲਾਂ ਦੀ ਧੜਕਣ ਇਸ ਕਰਕੇ ਤੇਜ਼ ਹੋ ਗਈ ਹੈ ਕਿਉਂਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਸਿਹਤ, ਖੇਤੀਬਾੜੀ, ਜੇਲ੍ਹਾਂ, ਪੰਚਾਇਤ ਵਿਭਾਗਾਂ ਸਮੇਤ ਵਜ਼ੀਫਾ ਘੁਟਾਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਵਿਜੀਲੈਂਸ ਵੱਲੋਂ ਹੁਣ ਤੱਕ ਕਾਂਗਰਸ ਦੇ 2 ਸਾਬਕਾ ਮੰਤਰੀਆਂ ਸਮੇਤ ਦਰਜਨਾਂ ਦੇ ਕਰੀਬ ਕਾਂਗਰਸੀ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਹਾਈ ਕੋਰਟ ਤੋਂ ਰਾਹਤ ਮਿਲਣ ਕਰਕੇ ਗ੍ਰਿਫਤਾਰੀ ਤੋਂ ਬਚੇ ਹੋਏ ਨੇ ਤੇ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ। ਵਿਜੀਲੈਂਸ ਦੇ ਸੂਤਰਾਂ ਦੇ ਮੁਤਾਬਿਕ 2 ਦਰਜਨ ਤੋਂ ਵੱਧ ਕਾਂਗਰਸੀ ਲੀਡਰਾਂ, ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ, ਸਾਬਕਾ ਤੇ ਮੌਜੂਦਾ ਵਿਧਾਇਕ ਤੇ ਹਲਕਾ ਇੰਚਾਰਜ ਸ਼ਾਮਲ ਨੇ, ਉਹਨਾਂ ਤੇ ਵਿਜੀਲੈਂਸ ਦੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ ਅਤੇ ਇਹਨਾਂ ਕਾਂਗਰਸੀ ਆਗੂਆਂ ਤੇ ਅਫਸਰਾਂ ਦੇ ਖਿਲਾਫ ਸਰੋਤਾਂ ਤੋਂ ਵੱਧ ਆਮਦਨ ਰੱਖਣ ਦੇ ਮਾਮਲਿਆਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਠੋਸ ਜਾਣਕਾਰੀ ਇਕੱਠੀ ਕੀਤੇ ਜਾਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਅਸੀਂ ਲਿਆ ਰਹੇ ਹਾਂ। ਸੂਤਰ ਦੱਸਦੇ ਨੇ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਟਰਾਂਸਪੋਰਟ, ਲੇਬਰ ਤੇ ਹੋਰਨਾਂ ਕੰਮਾਂ ਦੇ ਨਾਲ ਜੁੜੇ ਵਿੱਤੀ ਲੈਣ ਦੇਣ ਦੇ ਮਾਮਲਿਆਂ ਦੇ ਵਿੱਚ ਕਾਂਗਰਸ ਦੇ 30 ਦੇ ਕਰੀਬ ਲੀਡਰਾਂ ਦੀ ਭੂਮਿਕਾ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਕਾਂਗਰਸ ਦੀ ਹਕੂਮਤ ਦੌਰਾਨ ਸਿਆਸਤਦਾਨਾਂ ਵੱਲੋਂ ਮਨਮਰਜ਼ੀ ਦੇ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰਨ ਸਮੇਂ ਇੱਕ IAS ਅਧਿਕਾਰੀ ਵੱਲੋਂ ਫਾਈਲਾਂ ਤੇ ਕੀਤੀਆਂ ਟਿੱਪਣੀਆਂ ਵੀ ਵਿਜੀਲੈਂਸ ਦੀ ਜਾਂਚ ਵਿੱਚ ਸਹਾਈ ਹੋ ਰਹੀਆਂ ਨੇ। ਮਾਈਨਿੰਗ ਦੇ ਧੰਦੇ ਵਿੱਚ ਜੁੜੇ ਹੋਏ ਕਾਂਗਰਸ ਦੇ ਕੁਝ ਲੀਡਰਾਂ ਦੇ ਖਿਲਾਫ ਵੀ ਕਾਰਵਾਈ ਹੋਣ ਦੀ ਚਰਚਾ ਜ਼ੋਰਾਂ ਤੇ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰ ਵੀ ਮੰਨਦੇ ਨੇ ਕਿ ਸਰਕਾਰ ਨੂੰ ਆਪਣਾ ਅਕਸ ਸੁਧਾਰਨ ਦੇ ਲਈ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਹੋਈਆਂ ਬੇਨਿਯਮੀਆਂ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਹੀ ਪਊਗੀ ਤੇ ਮੁੱਖ ਮੰਤਰੀ ਵੱਲੋਂ ਇਸ ਸੰਬੰਧੀ ਰਿਪੋਰਟ ਸਮੇਂ-ਸਮੇਂ ਤੇ ਲਈ ਜਾ ਰਹੀ ਹੈ। ਕਾਂਗਰਸ ਤੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਦੀ ਗੱਲ ਕਰ ਲਈਏ ਤਾਂ ਅਕਾਲੀ BJP ਸਰਕਾਰ ਦੇ ਵਿੱਚ ਇੱਕ ਵੱਡਾ ਘੁਟਾਲਾ, ਸਿੰਚਾਈ ਘੁਟਾਲਾ ਹੋਇਆ ਸੀ। ਉਸ ਵਿੱਚ ਵੀ ਕਾਰਵਾਈ ਦੇ ਆਸਾਰ ਬਣੇ ਹੋਏ ਨੇ। ਉਸ ਮਾਮਲੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਰਹੇ 2 ਸਾਬਕਾ ਮੰਤਰੀਆਂ ਤੇ ਵਿਭਾਗ ਵਿੱਚ ਤਾਇਨਾਤ ਰਹੇ 3 IAS ਅਧਿਕਾਰੀਆਂ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਹੋਰ ਕਿਹੜਾ ਉਹ ਸਾਬਕਾ ਮੰਤਰੀ ਜਾਂ ਲੀਡਰ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਦੀਆਂ ਰੋਟੀਆਂ ਖਾਏਗਾ ਜਿਸ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਲੁੱਟਿਆ, ਆਪਣੇ ਹਿੱਤਾਂ ਖਾਤਰ ਵਰਤਿਆ। ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਜਦੋਂ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ, ਉਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਗੁੱਸੇ ਹੋ ਕੇ ਉੱਥੋਂ ਚਲੇ ਗਏ ਸੀ। ਕਾਂਗਰਸ ਭਵਨ ਦਾ ਗੇਟ ਨਾ ਖੋਲ੍ਹੇ ਜਾਣ ਤੋਂ ਨਾਰਾਜ਼ ਬਾਜਵਾ ਕੱਲ ਦੇ ਪ੍ਰਦਰਸ਼ਨਾਂ ਦੇ ਵਿੱਚੋਂ ਗੈਰ ਹਾਜ਼ਰ ਰਹੇ, ਜਦਕਿ ਵੜਿੰਗ ਨੇ ਇਲਜ਼ਾਮ ਲਾਇਆ ਕਿ ਸਾਰਾ ਕੁਝ ਸਰਕਾਰ ਦੇ ਇਸ਼ਾਰੇ ਤੇ ਹੋਇਆ। ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਨਹੀਂ ਹਨ ਤੇ ਕਾਂਗਰਸ ਦੇ ਪ੍ਰਦਰਸ਼ਨ ਦੇ ਵਿੱਚ ਜਿਹੜਾ ਵਿਜੀਲੈਂਸ ਦਫ਼ਤਰ ਦੇ ਬਾਹਰ ਕੀਤਾ ਗਿਆ ਸੀ, ਉਸ ਮੌਕੇ ਵੜਿੰਗ ਨੇ ਕਿਹਾ ਕਿ ਵਿਜੀਲੈਂਸ ਤੋਂ ਦਬਕੇ ਮਰਵਾ ਕੇ ਆਮ ਆਦਮੀ ਪਾਰਟੀ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ। ਵੜਿੰਗ ਨੇ ਕਿਹਾ ਕਿ ਸਾਨੂੰ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਹੈ, ਜਦੋਂ ਤੱਕ ਅਦਾਲਤ ਕਿਸੇ ਆਗੂ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਉਦੋਂ ਤੱਕ ਉਹ ਬੇਗੁਨਾਹ ਨੇ। ਵੜਿੰਗ ਨੇ ਕਿਹਾ ਕਿ ਇਸ ਤਾਂ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦੇਣ ਆਏ ਸੀ, ਪਰ ਇਹਨਾਂ ਨੇ ਤਾਂ ਦਰਵਾਜ਼ੇ ਹੀ ਨਹੀਂ ਖੋਲੇ, ਬੂਹੇ ਬੰਦ ਕਰ ਲਏ। ਵੜਿੰਗ ਨੇ ਇਹ ਵੀ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਚੀ ਬਣਨ ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਪਹਿਲਾਂ ਵਿਜੇ ਸਿੰਗਲਾ ਨੂੰ ਫੜ ਲਿਆ, ਮਗਰੋਂ ਜ਼ਮਾਨਤ ਤੇ ਰਿਹਾ ਵੀ ਕਰਵਾ ਦਿੱਤਾ। ਇਹ ਸਾਰਾ ਡਰਾਮਾ ਉਹਨਾਂ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਜਿੱਤਣ ਦੇ ਲਈ ਕੀਤਾ ਹੈ। ਸਾਰੇ ਕਾਂਗਰਸੀ ਲੀਡਰ ਭਾਰਤ ਭੂਸ਼ਣ ਆਸ਼ੂ ਨੂੰ ਨਾਲ ਲੈ ਕੇ ਪਹੁੰਚੇ ਸੀ ਕਿ ਗ੍ਰਿਫਤਾਰ ਕਰੋ, ਪਰ ਜਦੋਂ ਵਿਜੀਲੈਂਸ ਨੇ ਕਾਂਗਰਸੀ ਵਫਦ ਕੋਲੋਂ ਮੰਗ ਪੱਤਰ ਵੀ ਨਹੀਂ ਲਿਆ ਤਾਂ ਉਹ ਜਾਂਦੇ ਹੋਏ ਮੋਹਾਲੀ ਦੇ ਐਸਪੀ ਸਿਟੀ ਨੂੰ ਮੰਗ ਪੱਤਰ ਫੜਾ ਕੇ ਚਲੇ ਗਏ ਸਨ। ਇੱਕ ਪਾਸੇ ਕਾਂਗਰਸ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੀ ਰਹੀ, ਦੂਸਰੇ ਪਾਸੇ ਟਰਾਂਸਪੋਰਟ ਦੇ ਠੇਕੇਦਾਰਾਂ ਨੇ ਵਿਜੀਲੈਂਸ ਦੇ ਹੱਕ ਦੇ ਵਿੱਚ ਮੁਜ਼ਾਹਰਾ ਕੀਤਾ। ਉਹਨਾਂ ਨੇ ਸਾਬਕਾ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਵਿਜੀਲੈਂਸ ਦੀ ਕਾਰਵਾਈ ਨੂੰ ਬਿਲਕੁਲ ਜਾਇਜ਼ ਦੱਸਿਆ ਤੇ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਜੀਲੈਂਸ ਦੀ ਕਾਰਵਾਈ ਵਿੱਚ ਵਿਘਨ ਪਾਉਣ ਤੇ ਪ੍ਰਾਈਵੇਟ ਠੇਕੇਦਾਰਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਦੋਸ਼ ਲਾਇਆ। ਠੇਕੇਦਾਰਾਂ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਕਰੀਬ 5000 ਠੇਕੇਦਾਰ ਕੰਮ ਕਰਦੇ ਨੇ, ਪਰ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਫੂਡ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਨੇ ਉੱਚ ਅਧਿਕਾਰੀਆਂ ਦੇ ਨਾਲ ਮਿਲੀਭੁਗਤ ਕਰਕੇ ਸਿਰਫ 25-30 ਠੇਕੇਦਾਰਾਂ ਦੀ ਹੀ ਚੋਣ ਕੀਤੀ। ਉਹਨਾਂ ਨੂੰ ਹੀ ਢੋਆ-ਢੁਆਈ ਦੇ ਕੰਮ ਦੇ ਜਿਹੜੇ ਟੈਂਡਰ ਸੀ ਉਹ ਦਿੱਤੇ ਜਾਂਦੇ ਸੀ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਾਰੀ ਘਪਲੇਬਾਜ਼ੀ ਦੇ ਵਿੱਚ ਵਿਭਾਗ ਦੇ ਉੱਚ ਅਧਿਕਾਰੀ ਰਾਕੇਸ਼ ਸਿੰਗਲਾ ਦੀ ਕਥਿਤ ਮਿਲੀਭੁਗਤ ਰਹੀ ਹੈ। 2 ਦਿਨ ਪਹਿਲਾਂ ਵਿਜੀਲੈਂਸ ਰਾਕੇਸ਼ ਸਿੰਗਲਾ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ। ਕੱਲ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਜੰਤਰ ਮੰਤਰ ਤੇ ਇਕੱਠੇ ਹੋਏ ਅਤੇ ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਸਣੇ ਕਈ ਕਿਸਾਨੀ ਮੰਗਾਂ ਸਰਕਾਰ ਦੇ ਸਾਹਮਣੇ ਉਹਨਾਂ ਨੇ ਰੱਖੀਆਂ ਨੇ। ਇਸੇ ਦਰਮਿਆਨ ਕੱਲ ਸਰਕਾਰ ਦੇ ਵੱਲੋਂ ਬਣਾਈ ਗਈ MSP ਕਮੇਟੀ ਦੀ ਪਹਿਲੀ ਮੀਟਿੰਗ ਵੀ ਹੋਈ, ਜਿਸ ਦਾ ਕਿਸਾਨ ਮੋਰਚੇ ਨੇ ਬਾਈਕਾਟ ਪਹਿਲਾਂ ਹੀ ਕਰ ਦਿੱਤਾ ਸੀ। ਇਸ ਮੀਟਿੰਗ ਦੇ ਵਿੱਚ MSP ਨੂੰ ਹੋਰ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਸਣੇ ਹੋਰ ਮੁੱਦਿਆਂ ਤੇ ਵਿਚਾਰ ਕਰਨ ਲਈ 4 ਉਪ ਸਮੂਹਾਂ ਦਾ ਗਠਨ ਕੀਤਾ ਗਿਆ ਹੈ। ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਦੀ ਪ੍ਰਧਾਨਗੀ ਦੇ ਵਿੱਚ ਇਸ ਕਮੇਟੀ ਦੀ ਮੀਟਿੰਗ ਹੋਈ। ਕਮੇਟੀ ਦੇ ਮੈਂਬਰ ਵਿਨੋਦ ਆਨੰਦ ਨੇ ਦੱਸਿਆ ਕਿ ਇੱਕ ਦਿਨ ਦੀ ਵਿਚਾਰ ਚਰਚਾ ਤੋਂ ਬਾਅਦ ਕਮੇਟੀ ਨੇ 3 ਜ਼ਰੂਰੀ ਵਿਸ਼ਿਆਂ ਤੇ 4 ਉਪ ਸਮੂਹ ਜਾਂ ਕਮੇਟੀਆਂ ਬਣਾਉਣ ਦਾ ਫੈਸਲਾ ਲਿਆ ਹੈ। ਪਹਿਲਾ ਗਰੁੱਪ ਹਿਮਾਲਿਆਈ ਸੂਬਿਆਂ ਦੇ ਨਾਲ-ਨਾਲ ਫਸਲੀ ਪੈਟਰਨ ਤੇ ਫਸਲੀ ਵਿਭਿੰਨਤਾ ਦਾ ਅਧਿਐਨ ਕਰੇਗਾ ਤੇ ਉਹਨਾਂ ਸੂਬਿਆਂ ਦੇ ਵਿੱਚ MSP ਸਮਰਥਨ ਕਿਵੇਂ ਯਕੀਨੀ ਬਣਾਇਆ ਜਾਵੇਗਾ ਇਸ ਤੇ ਵੀ ਗੌਰ ਕਰੇਗਾ। ਸੋ ਇਹ ਜਿਹੜੀ MSP ਕਮੇਟੀ ਬਣੀ ਹੈ ਉਹ ਖਾਸ ਤੌਰ ਤੇ ਇਸੇ ਕਰਕੇ ਹੀ ਬਣੀ ਹੋਈ ਹੈ ਕਿ MSP ਨੂੰ ਹੋਰ ਪ੍ਰਭਾਵੀ ਤੇ ਪਾਰਦਰਸ਼ੀ ਕਿਵੇਂ ਬਣਾਇਆ ਜਾਵੇ, ਨਾ ਕਿ MSP ਦੇ ਕਾਨੂੰਨ ਬਣਾਉਣ ਦੇ ਬਾਰੇ। ਜਦਕਿ ਕਿਸਾਨ ਮੰਗ ਕਰਦੇ ਨੇ ਕਿ MSP ਦੇ ਕਾਨੂੰਨ ਬਣਾਉਣ ਬਾਰੇ ਜਿਹੜੀ ਕਮੇਟੀ ਹੈ ਉਹ ਬਣਾਈ ਜਾਵੇ ਤੇ ਕਿਸਾਨਾਂ ਨੂੰ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਲਏ ਗਏ ਨੇ ਜਾਂ ਫਿਰ ਜਿਸ ਨੂੰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਤੇ ਵੀ ਇਤਰਾਜ਼ ਹੈ, ਕਿਉਂਕਿ ਸਾਰੇ ਪਿਛਲੇ ਸਮੇਂ ਦੇ ਵਿੱਚ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਨੇ। ਮੋਹਾਲੀ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਮੂਹਰੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦਾ ਸਾਥ ਦੇ ਰਹੀ ਹੈ। ਕੱਲ ਧਰਨੇ ਦੀ ਸ਼ੁਰੂਆਤ ਮੌਕੇ ਬਲਵੀਰ ਸਿੰਘ ਰਾਜੇਵਾਲ ਵੀ ਪਹੁੰਚੇ। ਉਹਨਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਨਾ ਤਾਂ ਸਮੱਸਿਆਵਾਂ ਦੀ ਸਮਝ ਹੈ, ਮੁੱਦਿਆਂ ਦੀ ਸਮਝ ਹੈ ਤੇ ਨਾ ਹੀ ਉਹ ਸਮਝਣਾ ਚਾਹੁੰਦੇ ਨੇ। ਉਹਨਾਂ ਦਾਅਵਾ ਕੀਤਾ ਕਿ ਕੁਝ ਸਮਾਂ ਪਹਿਲਾਂ ਹੀ ਜਦੋਂ ਲੰਪੀ ਸਕਿਨ ਦੀ ਬਿਮਾਰੀ ਆਉਣੀ ਸ਼ੁਰੂ ਹੋਈ ਸੀ ਉਹਨਾਂ ਨੇ ਸੂਬਾ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਸੂਚਿਤ ਕਰ ਦਿੱਤਾ ਸੀ, ਪਰ ਸਰਕਾਰਾਂ ਨੇ ਸਮੇਂ ਸਿਰ ਨਹੀਂ ਉਪਾਅ ਕੀਤੇ। ਇਸ ਕਰਕੇ ਲੰਪੀ ਸਕਿਨ ਦੀ ਬਿਮਾਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਹਿਰ ਵਾਂਗੂ ਫੈਲਦੀ ਹੀ ਜਾ ਰਹੀ ਹੈ ਤੇ ਧਰਨਾ ਅੱਜ ਵੀ ਲਗਾਤਾਰ ਜਾਰੀ ਹੈ।
ਸ਼ਿਵਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਸਰਕਾਰ ਨੂੰ 1 ਹਫ਼ਤੇ ਦਾ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਹੁਣ ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲकांड ਸੰਬੰਧੀ ਰੇਕੀ ਦੇ ਮਾਮਲੇ ਦੀ ਜਾਂਚ ਕਰਨ ਲਈ ਗਾਇਕ ਦੇ ਘਰ ਦੀ ਸੀਸੀਟੀਵੀ ਫੁਟੇਜ ਕੋਖਣੀ ਸ਼ੁਰੂ ਕਰ ਦਿੱਤੀ ਹੈ। ਪਿੰਡ ਮੂਸਾ ਦੇ ਵਿੱਚ ਗੁਆਂਢੀਆਂ ਦੇ ਘਰੇ ਲੱਗੇ 2 ਸੀਸੀਟੀਵੀ ਕੈਮਰਿਆਂ ਦਾ ਮੂੰਹ ਸਿੱਧੂ ਮੂਸੇਵਾਲੇ ਦੀ ਹਵੇਲੀ ਵੱਲ ਹੋਣ ਕਰਕੇ ਗੁਆਂਢੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਨੇ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੌਰਵ ਤੁਰਾ ਨੇ ਦੱਸਿਆ ਕਿ ਪੁਲਿਸ ਲਗਾਤਾਰ ਇਸ ਕਤਲकांड ਦੀ ਜਾਂਚ ਪੜਤਾਲ ਕਰ ਰਹੀ ਹੈ। ਕਈ ਗੁਪਤ ਜਾਣਕਾਰੀਆਂ ਨੂੰ ਅਸੀਂ ਵੱਖ-ਵੱਖ ਪਹਿਲੂਆਂ ਤੋਂ ਵਾਚ ਰਹੇ ਹਾਂ, ਉਹਨਾਂ ਨੂੰ ਜਨਤਕ ਵੀ ਨਹੀਂ ਕੀਤਾ ਜਾ ਸਕਦਾ ਤੇ ਪੁਲਿਸ ਦੇ ਧਿਆਨ ਵਿੱਚ ਆਏ ਗੁਆਂਢੀਆਂ ਦੇ ਸੀਸੀਟੀਵੀ ਕੈਮਰਿਆਂ ਦੀ ਹੁਣ ਬਾਕਾਇਦਾ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲੇ ਦੇ ਗੁਆਂਢੀਆਂ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਰੇਕੀ ਤੋਂ ਇਨਕਾਰ ਕੀਤਾ ਹੈ, ਪਰ ਪੁਲਿਸ ਉਹਨਾਂ ਦੇ ਘਰੇ ਲੱਗੇ ਕੈਮਰਿਆਂ ਸਮੇਤ ਮੋਬਾਈਲ ਫੋਨਾਂ ਦੀ ਪੜਤਾਲ ਵੀ ਕਰ ਰਹੀ ਹੈ। ਪੁਲਿਸ ਮੁਤਾਬਿਕ ਸਿੱਧੂ ਮੂਸੇਵਾਲੇ ਦੇ ਘਰ ਸਾਹਮਣੇ ਅਵਤਾਰ ਸਿੰਘ ਤੇ ਜਗਤਾਰ ਸਿੰਘ 2 ਭਰਾਵਾਂ ਦਾ ਘਰ ਹੈ। ਇਹਨਾਂ ਵਿੱਚੋਂ ਜਗਤਾਰ ਸਿੰਘ ਮੋਹਾਲੀ ਦੀ ਹੋਮਲੈਂਡ ਸੁਸਾਇਟੀ ਵਿੱਚ ਰਹਿੰਦਾ ਹੈ। ਉਹਨਾਂ ਦਾ ਘਰ ਮੂਸੇਵਾਲੇ ਦੇ ਘਰ ਤੋਂ 200 ਮੀਟਰ ਦੂਰੀ ਤੇ ਹੈ, ਪਰ ਪਰਿਵਾਰ ਦਾ ਦਾਅਵਾ ਹੈ ਕਿ ਕੈਮਰਿਆਂ ਦੀ ਰੇਂਜ ਸਿਰਫ 100 ਮੀਟਰ ਹੀ ਹੈ। ਪਰਿਵਾਰ ਨੇ ਦੱਸਿਆ ਕਿ ਪਿੰਡ ਵਿੱਚ 2 ਕਤਲ ਹੋਣ ਤੋਂ ਬਾਅਦ ਉਹਨਾਂ ਪੁਲਿਸ ਦੇ ਕਹਿਣ ਤੇ ਹੀ ਸੀਸੀਟੀਵੀ ਕੈਮਰੇ ਲਗਵਾਏ ਸੀ ਤੇ ਉਸ ਵੇਲੇ ਸਿੱਧੂ ਮੂਸੇਵਾਲੇ ਦਾ ਘਰ ਪਿੰਡ ਵਿੱਚ ਹੁੰਦਾ ਸੀ, ਪਰ ਇਸ ਪੱਖ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਿੱਧੂ ਮੂਸੇਵਾਲੇ ਦਾ ਘਰ ਤਾਂ ਪਿੰਡ ਵਿੱਚ ਹੁੰਦਾ ਸੀ, ਪਰ ਇਹ ਹਵੇਲੀ ਹੈ ਜਿਹੜੀ ਉਹ ਪਿਛਲੇ ਕਈ ਚਿਰਾਂ ਤੋਂ ਬਣ ਰਹੀ ਸੀ, ਜਿੱਥੇ ਸਿੱਧੂ ਮੂਸੇਵਾਲਾ ਖੁਦ ਕੰਮ ਕਰਦਾ ਤੇ ਕਰਵਾਉਂਦਾ ਹੁੰਦਾ ਸੀ। ਅਵਤਾਰ ਸਿੰਘ ਨੇ ਹਰ ਤਰ੍ਹਾਂ ਦੀ ਪੁੱਛ ਪੜਤਾਲ ਦੇ ਵਿੱਚ ਸਹਿਯੋਗ ਦੇਣ ਦਾ ਦਾਅਵਾ ਵੀ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 2020 ਦੇ ਵਿੱਚ ਅਵਤਾਰ, ਜਗਤਾਰ ਤੇ ਕੰਵਰਪਾਲ ਸਮੇਤ ਕੁਝ ਹੋਰ ਜਣਿਆਂ ਦੇ ਖਿਲਾਫ ਇੱਕ ਕੇਸ ਦਰਜ ਹੋਇਆ ਸੀ। ਮੂਸੇਵਾਲਾ ਦੇ ਗੀਤ ਲੀਕ ਕਰਨ ਦੇ ਇਹਨਾਂ ਤੇ ਦੋਸ਼ ਲੱਗੇ ਸਨ। ਪੁਲਿਸ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਮੁੜ ਭਰੋਸਾ ਦਿਵਾਇਆ ਕਿ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਜਾਰੀ ਰੱਖੇਗੀ ਤੇ ਇਨਸਾਫ ਹਰ ਹਾਲਤ ਵਿੱਚ ਮਿਲੇਗਾ। ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਵਿੱਚ ਚੱਲ ਰਹੀ ਬਗਾਵਤ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਵੀ ਬਗਾਵਤ ਸ਼ੁਰੂ ਹੋ ਗਈ ਹੈ। ਹਰਿਆਣਾ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਹੈ। ਕਈ ਵੱਡੇ ਲੀਡਰਾਂ ਤੇ ਅਹੁਦੇਦਾਰਾਂ ਨੇ ਅਸਤੀਫੇ ਦੇ ਕੇ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ। 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਿਆਂ ਦੀ ਮੰਗ ਕੀਤੀ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ 328 ਸਰੂਪਾਂ ਦੇ ਮਾਮਲੇ ਸੰਬੰਧੀ ਇਨਸਾਫ ਲੈਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ ਸੰਗਰੂਰ ਦੇ ਵਿੱਚ ਲੱਗਿਆ ਸਿੱਖ ਸੰਗਤ ਦਾ ਮੋਰਚਾ ਲਗਾਤਾਰ ਜਾਰੀ ਹੈ ਤੇ ਇਸ ਮੋਰਚੇ ਦੀ ਹੁਣ ਬੀਜੇਪੀ ਲੀਡਰਾਂ ਨੇ ਵੀ ਹਮਾਇਤ ਕੀਤੀ ਹੈ। ਅੱਜ ਇਹ ਧਰਨਾ ਚੌਥੇ ਦਿਨ ਦੇ ਵਿੱਚ ਪਹੁੰਚ ਗਿਆ ਹੈ। ਇਸ ਧਰਨੇ ਦੀ ਅਗਵਾਈ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਅਤੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਕਰ ਰਹੇ ਨੇ। ਬੀਜੇਪੀ ਲੀਡਰਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮੁੱਚੀ ਮਾਨਵਤਾ ਸ਼ਰਧਾ ਰੱਖਦੀ ਹੈ। ਸੁਪਰੀਮ ਕੋਰਟ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਇਸ ਲਈ ਸੰਗਤ ਦੇ ਦਰਦ ਨੂੰ ਸਮਝਦਿਆਂ ਉਹ ਇਨਸਾਫ ਖਾਤਰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਬੀਜੇਪੀ ਲੀਡਰਾਂ ਨੇ ਕਿਹਾ ਹੈ ਕਿ 24 ਅਗਸਤ ਨੂੰ ਯਾਨੀ ਕਿ ਕੱਲ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਹਾਲੀ ਦੇ ਵਿੱਚ ਪਹੁੰਚਣਗੇ ਤਾਂ ਇਹ ਜਿਹੜਾ ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖਿਆ ਜਾਵੇਗਾ, ਉਹਨਾਂ ਤੱਕ ਪਹੁੰਚਾਇਆ ਜਾਵੇਗਾ ਤੇ ਇਨਸਾਫ ਮਿਲਣ ਤੱਕ ਸਿੱਖ ਸੰਗਤ ਦਾ ਜਿਹੜਾ ਸਹਿਯੋਗ ਹੈ ਉਹ ਬੀਜੇਪੀ ਕਰਦੀ ਰਹੇਗੀ। ਸੰਗਰੂਰ ਤੋਂ ਹੀ ਖਬਰ ਹੈ ਜਿੱਥੇ ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਕਥਿਤ ਤੌਰ ਤੇ ਜਬਰੀ ਕੌਮੀ ਝੰਡੇ ਵੇਚਣ ਦੇ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਵਿੱਚ ਕੱਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ, ਜਦਕਿ ਕਾਲਜ ਪ੍ਰਿੰਸੀਪਲ ਨੇ ਜਬਰੀ ਝੰਡੇ ਵੇਚਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਰਮਨ ਸਿੰਘ ਕਾਲਾਚਾੜੀ ਤੇ ਹੋਰ ਵਿਦਿਆਰਥੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਹਰ ਘਰ ਤਿਰੰਗਾ ਮੁਹਿੰਮ ਆਰੰਭੀ ਗਈ ਸੀ। ਭਾਵੇਂ ਕਹਿੰਦੇ ਆਜ਼ਾਦੀ ਦਿਹਾੜਾ ਲੰਘੇ ਨੂੰ ਹਫ਼ਤਾ ਹੋ ਚੱਲਿਆ, ਪਰ ਇਸ ਮੁਹਿੰਮ ਤਹਿਤ ਹਾਲੇ ਵੀ ਵਿਦਿਅਕ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਨੂੰ ਜਬਰੀ ਝੰਡੇ ਵੇਚੇ ਜਾ ਰਹੇ ਨੇ। ਉਹਨਾਂ ਦੋਸ਼ ਲਾਇਆ ਕਿ ਕਾਲਜ ਮੈਨੇਜਮੈਂਟ ਦੇ ਵੱਲੋਂ ਕੱਲ ਹਰੇਕ ਵਿਦਿਆਰਥੀ ਨੂੰ 25 ਰੁਪਏ ਪ੍ਰਤੀ ਝੰਡਾ ਵੇਚਿਆ ਗਿਆ ਹੈ। ਨਾਲ ਹੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਕੌਮੀ ਝੰਡਾ ਨਹੀਂ ਖਰੀਦਣਗੇ ਤਾਂ ਕਾਲਜ ਦਾ ਸ਼ਨਾਖਤੀ ਕਾਰਡ ਉਹਨਾਂ ਦਾ ਨਹੀਂ ਬਣੇਗਾ ਤੇ ਹਰ ਇੱਕ ਵਿਦਿਆਰਥੀ ਨੂੰ ਜ਼ਬਰਦਸਤੀ 2 ਜਾਂ 4 ਝੰਡੇ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਹਰ ਵਿਦਿਆਰਥੀ ਇਸ ਕਾਲਜ ਦੇ ਵਿੱਚ ਜਿਹੜਾ ਪੜ੍ਹਦਾ ਹੈ ਉਹ ਇੰਨੇ ਝੰਡੇ ਖਰੀਦਣ ਦੇ ਸਮਰੱਥ ਨਹੀਂ ਹੁੰਦਾ। ਜਦਕਿ ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਬਰੀ ਝੰਡੇ ਵੇਚਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਦਿਆਰਥੀ ਆਪਣੀ ਮਰਜ਼ੀ ਨਾਲ ਕੌਮੀ ਝੰਡਾ ਖਰੀਦ ਸਕਦੇ ਨੇ ਤੇ ਖਰੀਦ ਰਹੇ ਨੇ, ਨਾ ਹੀ ਕਿਸੇ ਨੂੰ ਧੱਕੇ ਨਾਲ ਝੰਡਾ ਵੇਚਿਆ ਗਿਆ ਤੇ ਨਾ ਹੀ ਝੰਡਾ ਵੇਚਿਆ ਜਾਵੇਗਾ। ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੱਲ ਮਾਣਹਾਨੀ ਕੇਸ ਦੇ ਵਿੱਚ ਪੇਸ਼ੀ ਭੁਗਤੀ। ਹਾਲਾਂਕਿ ਜੇਲ੍ਹ ਦੇ ਵਿੱਚ ਉਹ ਕਿਸੇ ਹੋਰ ਕੇਸ ਦੇ ਵਿੱਚ ਬੰਦ ਨੇ। ਪੁਲਿਸ ਨੇ ਬਰਨਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਸਿਮਰਜੀਤ ਬੈਂਸ ਨੂੰ ਪਟਿਆਲਾ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ। ਪਟਿਆਲਾ ਦੇ ਵਿਧਾਇਕ ਵਜੋਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਸਿਹਤ ਮੰਤਰੀ ਰਹੇ ਬ੍ਰਹਮ ਮਹਿੰਦਰਾ ਨੇ ਕੁਝ ਸਾਲ ਪਹਿਲਾਂ ਪਟਿਆਲਾ ਦੀ ਇੱਕ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ਦਰਅਸਲ ਬ੍ਰਹਮ ਮਹਿੰਦਰਾ ਜਦੋਂ ਸਿਹਤ ਮੰਤਰੀ ਸਨ ਤਾਂ ਉਦੋਂ ਵਿਧਾਇਕ ਹੁੰਦਿਆਂ ਸਿਮਰਜੀਤ ਬੈਂਸ ਨੇ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਮਹਿੰਦਰਾ ਤੇ ਦੋਸ਼ ਲਾਏ ਸੀ ਕਿ ਉਹ ਆਪਣੇ ਛੇਤੇ ਅਫਸਰਾਂ ਰਾਹੀਂ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਤੇ ਇੱਕ ਵਿਸ਼ੇਸ਼ ਫੈਕਟਰੀ ਤੋਂ ਹੀ ਦਵਾਈ ਖਰੀਦਣ ਦੇ ਲਈ ਦਬਾਅ ਪਾ ਰਹੇ ਨੇ।
ਉਸ ਤੋਂ ਬਾਅਦ ਮਹਿੰਦਰਾ ਨੇ ਬੈਂਸ ਦੇ ਖਿਲਾਫ ਇੱਕ ਕੇਸ ਦਾਇਰ ਕਰਵਾਇਆ ਸੀ। ਪੰਜਾਬ ਦੇ ਵਿੱਚ ਹੁਣ ਲਗਾਤਾਰ ਹਰ ਵਿਭਾਗ ਦੇ ਵਿੱਚ ਘੁਟਾਲਿਆਂ ਦੀ ਜਾਂਚ ਹੀ ਚੱਲ ਰਹੀ ਹੈ। GNDU ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਖਿਲਾਫ ਵੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਦਹਾਕੇ ਦੌਰਾਨ ਵੱਖ-ਵੱਖ ਸਮਿਆਂ ਤੇ 62 ਅਧਿਆਪਕਾਂ ਦੀ ਕੀਤੀ ਗਈ ਭਰਤੀ ਵਿੱਚ ਕਥਿਤ ਗੜਬੜੀਆਂ ਦੇ ਦੋਸ਼ਾਂ ਤਹਿਤ ਵੀ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਪਹਿਲੇ ਪੜਾਅ ਦੇ ਵਜੋਂ ਕੱਲ ਯੂਨੀਵਰਸਿਟੀ ਦੇ ਤਤਕਾਲੀ ਰਜਿਸਟਰਾਰ ਡਾਕਟਰ AS ਚਾਵਲਾ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ ਉਹਨਾਂ ਸਮੇਤ ਕੁਝ ਹੋਰਾਂ ਅਧਿਕਾਰੀਆਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਨੇ। ਸੋ ਇੱਕ ਪਾਸੇ ਜਿੱਥੇ ਸਾਰੇ ਵਿਭਾਗਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਾਂਚ ਆਰੰਭੀ ਜਾ ਰਹੀ ਹੈ, ਉੱਥੇ ਜਿਹੜੇ ਲੋਕ ਨੇ ਉਹ ਵੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਨੂੰ ਲਗਾਤਾਰ ਘੇਰ ਰਹੇ ਨੇ। ਹੁਣ ਪੰਜਾਬ ਦੇ ਮਜ਼ਦੂਰ ਮੁਕਤੀ ਮੋਰਚਾ ਦੇ ਵੱਲੋਂ ਆਪ ਸਰਕਾਰ ਦੇ ਖਿਲਾਫ ਹਰ ਜ਼ਿਲ੍ਹੇ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਹੈ ਕਿ ਮਾਨ ਸਰਕਾਰ ਵੱਲੋਂ ਕਾਨੂੰਨ ਵਿਭਾਗ ਦੀਆਂ ਪੋਸਟਾਂ ਦੇ ਵਿੱਚ ਰਾਖਵੇਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਰਾਖਵੇਂ ਕਰਨ ਦੇ ਹੱਕ ਵਿੱਚ ਦਲਿਤ ਮਜ਼ਦੂਰਾਂ ਦੇ ਵੱਲੋਂ ਕੀਤੇ ਸੰਘਰਸ਼ ਦੀ ਜਿੱਤ ਹੈ। ਪਰ ਮੋਦੀ ਸਰਕਾਰ ਵਾਂਗੂ ਪੰਜਾਬ ਦੀ ਮਾਨ ਸਰਕਾਰ ਵੀ ਦਲਿਤ ਅਤੇ ਗਰੀਬ ਵਿਰੋਧੀ ਸਰਕਾਰ ਹੈ। ਉਹਨਾਂ ਕਿਹਾ ਕਿ ਆਮ ਆਦਮੀ ਦੇ ਨਾਂ ਤੇ ਵੋਟਾਂ ਵਟੋਰਨ ਵਾਲੀ ਮਾਨ ਸਰਕਾਰ ਪੰਜਾਬ ਦੇ ਪਿੰਡੂ ਤੇ ਦਲਿਤ ਖੇਤ ਮਜ਼ਦੂਰਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਮਾਨਸਾ ਦੇ ਵਿੱਚ 5 ਅਗਸਤ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਹੈ ਤੇ ਹੁਣ ਜਥੇਬੰਦੀ ਦੀ ਬਠਿੰਡਾ ਇਕਾਈ ਨੇ ਵੀ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੋਰਚੇ ਸ਼ੁਰੂ ਕੀਤੇ ਜਾਣਗੇ। ਪੰਜਾਬ 'ਚ ਮਜ਼ਦੂਰਾਂ ਦੇ ਲਈ ਘੱਟੋ-ਘੱਟ ਦਿਹਾੜੀ 700 ਰੁਪਏ ਲਾਗੂ ਕਰਵਾਉਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਂਟ ਦਿਵਾਉਣ, ਮਨਰੇਗਾ ਕਾਨੂੰਨ ਸਖਤੀ ਨਾਲ ਲਾਗੂ ਕਰਵਾ ਕੇ ਹਰ ਮਜ਼ਦੂਰ ਦੇ ਲਈ ਪੂਰਾ ਕੰਮ ਪੂਰੀ ਮਜ਼ਦੂਰੀ ਲਾਗੂ ਕਰਵਾਉਣ ਤੇ ਮਜ਼ਦੂਰਾਂ ਸਿਰ ਚੜੇ ਸਮੁੱਚੇ ਸਰਕਾਰੀ ਤੇ ਨਿੱਜੀ ਕਰਜ਼ੇ ਦੀ ਮਾਫੀ ਦੇ ਲਈ ਅਤੇ ਪੰਚਾਇਤੀ ਜ਼ਮੀਨਾਂ 'ਚੋਂ ਤੀਜੇ ਹਿੱਸੇ ਦੀਆਂ ਜ਼ਮੀਨਾਂ ਦਲਿਤਾਂ ਲਈ ਸਸਤੇ ਰੇਟਾਂ ਤੇ ਅਲਾਟ ਕਰਵਾਉਣ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਇਹ ਮੋਰਚਾ ਜਿਹੜਾ ਸ਼ੁਰੂ ਕੀਤਾ ਗਿਆ ਹੈ। ਪੰਜਾਬੀ ਟ੍ਰਿਬਿਊਨ ਅਖਬਾਰ ਦੇ ਹਵਾਲੇ ਦੇ ਨਾਲ ਇੱਕ ਖਾਸ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਵਰਕਾਮ ਪੰਜਾਬ ਦਾ ਜਿਹੜਾ ਬਿਜਲੀ ਵੰਡਣ ਵਾਲੀ ਕੰਪਨੀ ਉਹ ਵਿੱਤੀ ਤੌਰ ਤੇ ਇੰਨੀ ਕੁ ਕਮਜ਼ੋਰ ਹੋ ਚੁੱਕੀ ਹੈ ਕਿ ਬੀਤੇ ਸਮੇਂ ਦੇ ਵਿੱਚ ਖਰੀਦੀ ਗਈ ਬਿਜਲੀ ਦੇ ਹੁਣ ਬਕਾਏ ਤਾਰਨ ਦੇ ਲਈ ਵੀ ਕਰਜ਼ਾ ਚੁੱਕਣਾ ਪਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਜ਼ੀਰੋ ਬਿੱਲਾਂ ਦਾ ਦਾਅਵਾ ਕੀਤਾ ਗਿਆ ਹੈ, ਵਾਅਦਾ ਪੂਰਾ ਕੀਤਾ ਗਿਆ ਹੈ, ਉਹ ਜ਼ੀਰੋ ਬਿੱਲ ਆਉਣੇ ਹਲੇ ਬਾਕੀ ਨੇ। ਪਰ ਉਸ ਤੋਂ ਪਹਿਲਾਂ ਹੀ ਪਾਵਰਕਾਮ ਮਾਲੀ ਸੰਕਟ ਦੇ ਵਿੱਚ ਫਸ ਗਿਆ ਜਾਂਦਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਸ਼ਿਕੰਜਾ ਇੰਨਾ ਕੱਸ ਦਿੱਤਾ ਹੈ ਕਿ ਪਾਵਰਕਾਮ ਖਰੀਦੀ ਗਈ ਬਿਜਲੀ ਦੇ ਬਕਾਏ ਤਾਰਨ ਦੇ ਵਿੱਚ ਕੋਈ ਢਿੱਲ ਵਰਤ ਹੀ ਨਹੀਂ ਸਕਦਾ। ਇਸ ਲਈ ਹੁਣ ਪਾਵਰਕਾਮ ਨੂੰ ਕਰਜ਼ਾ ਲੈਣਾ ਹੀ ਪਊਗਾ ਕਿਉਂਕਿ ਆਪ ਸਰਕਾਰ ਦੇ ਲਈ ਹੁਣ ਵੇਲੇ ਸਿਰ ਪਾਵਰਕਾਮ ਨੂੰ ਸਬਸਿਡੀ ਦੇਣੀ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ। ਪਾਵਰਕਾਮ ਹੁਣ ਕਰੀਬ 1000 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ 500 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਵੀ ਉਤਾਰੇ ਜਾ ਸਕਣ ਤੇ ਇਹ ਪਹਿਲੀ ਵਾਰੀ ਹੋਇਆ ਕਿ ਮਾਸਿਕ ਬਕਾਏ ਯਾਨੀ ਕਿ ਮਹੀਨਾਵਾਰ ਬਕਾਏ ਤਾਰਨ ਵਾਸਤੇ ਪਾਵਰਕਾਮ ਦੇ ਕੋਲ ਪੈਸਾ ਹੀ ਨਹੀਂ ਹੈ। ਪਹਿਲਾਂ ਹਰ ਮਹੀਨੇ ਦੇ ਤੀਜੇ ਹਫ਼ਤੇ ਤੋਂ ਪਹਿਲਾਂ ਹੀ ਬਕਾਏ ਕਲੀਅਰ ਕਰ ਦਿੱਤੇ ਜਾਂਦੇ ਸੀ। ਪਾਵਰਕਾਮ ਸਿਰ ਪਹਿਲਾਂ ਹੀ 17000 ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ। ਐਤਕੀ ਤਾਂ ਕੋਲਾ ਖਰੀਦਣ ਲਈ ਵੀ 500 ਕਰੋੜ ਰੁਪਏ ਦਾ ਕਰਜ਼ਾ ਚੁੱਕਣਾ ਪਿਆ ਸੀ। 27 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਵਾਲੇ ਬਿਜਲੀ ਬਿੱਲ ਵੀ ਜਾਰੀ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ 1 ਜੁਲਾਈ ਤੋਂ ਸਰਕਾਰ ਦੀ ਇਹ ਸਹੂਲਤ ਸ਼ੁਰੂ ਹੋ ਚੁੱਕੀ ਹੈ। ਦੂਸਰੇ ਪਾਸੇ ਨਵੀਂ ਆਮਦਨੀ ਰੁਕੀ ਪਈ ਹੈ ਕਿਉਂਕਿ ਜਦੋਂ ਹੁਣ ਫ੍ਰੀ ਦੀ ਬਿਜਲੀ ਜਾਣੀ ਸ਼ੁਰੂ ਹੋ ਗਈ ਹੈ ਲੋਕਾਂ ਤੋਂ ਤਾਂ ਹੁਣ ਜਿਹੜਾ ਪੈਸੇ ਆਉਣਗੇ ਹੀ ਨਹੀਂ, ਪਰ ਜਿਹੜੀ ਸਬਸਿਡੀ ਹੁੰਦੀ ਹੈ ਉਹਦੇ ਪੈਸੇ ਸਰਕਾਰ ਦਿੰਦੀ ਹੈ। ਸਰਕਾਰ ਵੀ ਪਹਿਲਾਂ ਕਰਜ਼ਈ ਹੋਈ ਪਈ ਹੈ ਤੇ ਉਹ ਹੁਣ ਲੋਕਾਂ ਦੇ ਜਿਹੜੇ ਜ਼ੀਰੋ ਬਿੱਲਾਂ ਵਾਲੇ ਪੈਸੇ ਨੇ ਉਹ ਪਾਵਰਕਾਮ ਨੂੰ ਕਦੋਂ ਤਾਰੇਗੀ, ਕਿਵੇਂ ਤਾਰੇਗੀ, ਇਹ ਵੀ ਇੱਕ ਵੱਡਾ ਸਵਾਲ ਹੈ। ਹਾਲਾਂਕਿ ਇਸ ਹਫ਼ਤੇ ਸਰਕਾਰ ਨੇ 200 ਕਰੋੜ ਦੀ ਸਬਸਿਡੀ ਪਾਵਰਕਾਮ ਨੂੰ ਜਾਰੀ ਕਰ ਦਿੱਤੀ ਹੈ। ਪੰਜਾਬ ਸਰਕਾਰ ਨੂੰ ਜ਼ੀਰੋ ਬਿੱਲ ਦੇ ਲਾਗੂ ਹੋਣ ਤੋਂ ਬਾਅਦ 18000 ਕਰੋੜ ਰੁਪਏ ਬਿਜਲੀ ਸਬਸਿਡੀ ਤਾਰਨੀ ਪਿਆ ਕਰੇਗੀ 1 ਸਾਲ ਦੀ। ਪੰਜਾਬ ਸਰਕਾਰ ਵੱਲ ਪੁਰਾਣੀ ਸਬਸਿਡੀ ਵੀ ਕਰੀਬ 9000 ਕਰੋੜ ਦੀ ਬਕਾਇਆ ਖੜੀ ਹੈ ਤੇ ਪਾਵਰਕਾਮ ਅਜਿਹੇ ਹਾਲਾਤਾਂ ਦੇ ਬਾਵਜੂਦ ਬਿਜਲੀ ਦੀ ਰਿਕਾਰਡ ਮੰਗ ਦੀ ਪੂਰਤੀ ਕਰ ਰਿਹਾ ਹੈ। ਹਾਲਾਂਕਿ ਮਾਹਿਰਾਂ ਮੁਤਾਬਿਕ ਜੂਨ ਜੁਲਾਈ ਦੇ ਨਾਲੋਂ ਅਗਸਤ ਵਿੱਚ ਬਿਜਲੀ ਦੀ ਮੰਗ ਆਮ ਤੌਰ ਤੇ ਘਟ ਜਾਂਦੀ ਹੁੰਦੀ ਹੈ, ਪਰ ਇਸ ਵਾਰੀ ਉਲਟਾ ਹੋ ਰਿਹਾ ਹੈ ਕਿਉਂਕਿ ਅਗਸਤ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਬਿਜਲੀ ਦੀ ਮੰਗ 14000 ਮੈਗਾਵਾਟ ਨੂੰ ਪਾਰ ਕਰ ਗਈ ਹੈ। ਕੱਲ ਬਿਜਲੀ ਦੀ ਮੰਗ 14300 ਮੈਗਾਵਾਟ ਰਹੀ। ਪਾਵਰਕਾਮ ਸਾਰੇ ਵਸੀਲਿਆਂ ਤੋਂ ਬਿਜਲੀ ਦੀ ਮੰਗ ਪੂਰੀ ਕਰ ਰਿਹਾ ਹੈ, ਇਸ ਕਰਕੇ ਪਾਵਰ ਕੱਟ ਲੱਗਣ ਦੀ ਕੋਈ ਖਬਰ ਹੈ ਜਿਹੜੀ ਉਹ ਕਿਸੇ ਪਾਸਿਓਂ ਨਹੀਂ ਮਿਲੀ। ਥੋੜਾ ਬਹੁਤ ਕੱਟ ਜ਼ਰੂਰ ਲੱਗਦਾ ਹੈ ਪਰ ਲੰਬੇ ਕੱਟਾਂ ਤੋਂ ਪੰਜਾਬੀਆਂ ਨੂੰ ਰਾਹਤ ਮਿਲੀ ਹੋਈ ਹੈ ਤੇ ਜੇ ਰਾਹਤ ਲੋਕਾਂ ਨੂੰ ਦੇਈ ਰੱਖਣੀ ਹੈ ਤਾਂ ਪਾਵਰਕਾਮ ਨੂੰ ਜ਼ਾਹਿਰ ਤੌਰ ਤੇ ਕਰਜ਼ਾ ਲੈਣਾ ਹੀ ਪਊਗਾ।